पेश है विज्ञान लड़ीवार आउण वाला कल दी 38वीं कड़ी। मूल लेखन ते खोज श्रीनिवास ओली। लड़ीवार संयोजक डॉक्टर BK त्यागी। पंजाबी रूपांतर ते खोज भारत ज्ञान विज्ञान समिति पंजाब ते चंडीगढ़। ਆਲ ਇੰਡੀਆ ਰੇਡੀਓ ਵੱਲੋਂ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਪੇਸ਼ ਹੈ ਬਣਾਉਟੀ ਬੌਧਿਕਤਾ ਦੀ ਵਿਗਿਆਨ ਵਰਤੋਂ ਤੇ ਭਵਿੱਖ ਬਾਬਤ ਸਾਡੇ ਲੜੀਵਾਰ ਆਉਣ ਵਾਲਾ ਕੱਲ ਦੀ 38ਵੀਂ ਕੜੀ। ਕੋਈ ਸੁਣ ਨਾ ਲਏ। ਪਿਛਲੀ ਕੜੀ ਕੱਲ ਦੀ ਤਿਆਰੀ 'ਚ ਅਸੀਂ ਸੁਣੀ ਸੀ ਕਹਾਣੀ ਕਿ ਭਾਰਤ 'ਚ ਬਣਾਉਟੀ ਬੌਧਿਕਤਾ ਦੇ ਵਿਕਾਸ ਦੇ ਰਸਤੇ ਦੇ ਵਿਖੜੇ ਪੈਂਡੇ ਤੇ ਪੁਲਾਂਘਾ ਪੁੱਟਣ ਦੇ ਲਈ ਅਸੀਂ ਕਿਵੇਂ ਹੋਈਏ ਤਿਆਰ। ਕੱਲ ਦੀ ਤਿਆਰੀ 'ਚ ਸੁਣਾਈ ਸੀ ਕਹਾਣੀ ਕਿ ਕਿਵੇਂ ਅਸੀਂ ਕਰ ਰਹੇ ਹਾਂ ਤਿਆਰੀਆਂ ਉਹਨਾਂ ਚੁਣੌਤੀਆਂ ਦਾ ਮੁਕਾਬਲਾ ਕਰਨ ਦੇ ਲਈ ਜਿਹੜੀਆਂ ਹੋਣ ਵਾਲੀਆਂ ਨੇ ਦਰਪੇਸ਼ ਸਾਨੂੰ ਬਣਾਉਟੀ ਬੌਧਿਕਤਾ ਦੇ ਵਿਕਾਸ ਦੀ ਮੰਜ਼ਿਲ ਉੱਪਰ ਪਹੁੰਚਣ ਦੇ ਰਸਤੇ 'ਚ। ਸੁਣਾਈ ਸੀ ਕਹਾਣੀ ਕਿ ਕਿਵੇਂ AI ਮਨੁੱਖੀ ਜੀਵਨ ਦੇ ਵਿਕਾਸ, ਸੱਭਿਆਚਾਰਕ, ਆਰਥਿਕ ਤੇ ਪ੍ਰਸ਼ਾਸਨਿਕ ਖੇਤਰ ਦੇ ਵਿੱਚ ਬਿਨਾਂ ਕਿਸੇ ਆਹਟ ਦੇ ਆਪਣੀ ਪਕੜ ਬਣਾਈ ਜਾ ਰਹੀ ਹੈ। ਸੁਣਾਇਆ ਸੀ ਵਰਤਾਂਤ ਕਿ ਕਿਵੇਂ ਦੁਨੀਆ 'ਚ ਵਿਭਿੰਨ ਦੇਸ਼ AI ਦੇ ਖੇਤਰ 'ਚ ਖੋਜ ਨੂੰ ਤੇ AI ਮਸ਼ੀਨਾਂ ਦੇ ਵਿਕਾਸ ਨੂੰ ਕਰ ਰਹੇ ਨੇ ਉਤਸ਼ਾਹਿਤ। ਖੋਲ ਦਿੱਤੇ ਸੀ ਭੇਦ ਇਹ ਵੀ ਕਿ ਭਾਰਤ ਵਰਗੇ ਬਹੁਤ ਸਾਰੀ ਕਾਮਾ ਸ਼ਕਤੀ ਵਾਲੇ ਦੇਸ਼ਾਂ 'ਚ ਸਿਹਤ, ਸਿੱਖਿਆ, ਉਦਯੋਗ, ਖੇਤੀ ਆਦਿ ਵਿੱਚ AI ਦਾ ਪ੍ਰਵੇਸ਼ ਬਹੁਤ ਤੇਜ਼ ਰਫ਼ਤਾਰ ਦੇ ਨਾਲ ਹੋ ਰਿਹਾ ਹੈ। ਸੁਣਿਆ ਸੀ ਤੁਸੀਂ ਕਿੱਸਾ ਕਿ ਕਿਵੇਂ ਅੱਜ ਸਮਾਰਟ ਸ਼ਹਿਰਾਂ ਦਾ ਨਿਰਮਾਣ, ਆਵਾਜਾਈ ਤੇ ਸੰਚਾਰ ਸਾਧਨ ਤੇ ਪ੍ਰਸ਼ਾਸਨ ਨਿਰਭਰ ਹੋ ਰਹੇ ਨੇ AI ਆਧਾਰਿਤ ਮਸ਼ੀਨਾਂ ਦੇ ਉੱਪਰ। ਸੁਣੀ ਸੀ ਤੁਸੀਂ ਵਿਚਲੀ ਗੱਲ ਕਿ ਸਾਡੇ ਸਾਹਮਣੇ ਦਰਪੇਸ਼ ਨੇ ਅਨੇਕਾਂ ਚੁਣੌਤੀਆਂ ਕਿਉਂਕਿ AI ਮਸ਼ੀਨੀ ਕ੍ਰਾਂਤੀ ਦੌਰਾਨ ਜਦੋਂ ਉਦਯੋਗ ਦੇ ਹਰੇਕ ਸ਼ੋਬੇ ਦੇ ਵਿੱਚ ਸਮਾਰਟ ਮਸ਼ੀਨਾਂ ਕੰਮ ਕਰਨਗੀਆਂ ਜਾਂ ਉਦਯੋਗਾਂ ਦੇ ਵਿੱਚ ਕਰੀਬ ਸਾਰੀਆਂ ਗਤੀਵਿਧੀਆਂ ਦਾ ਆਟੋਮੇਸ਼ਨ ਯਾਨੀ ਸਵੈ ਚਾਲਨ ਹੋਏਗਾ ਤਾਂ ਰੁਜ਼ਗਾਰ ਦੇ ਮੌਕੇ ਬਹੁਤ ਹੀ ਵੱਡੇ ਪੈਮਾਨੇ ਤੇ ਘਟ ਜਾਣਗੇ। ਹੋਈ ਸੀ ਗੱਲ ਕਿ ਕਿਵੇਂ ਅਸੀਂ ਉਦਯੋਗਿਕ, ਆਰਥਿਕ ਤੇ ਸਮਾਜਿਕ ਵਿਕਾਸ ਦੇ ਤੇ ਸੁਰੱਖਿਆ ਦੇ ਮਾਮਲਿਆਂ ਦਾ ਹੱਲ ਮਨੁੱਖ ਨੂੰ ਬਦਲ ਕੇ ਕੱਢਣ ਦੀ ਥਾਂ AI ਆਧਾਰਿਤ ਤਕਨਾਲੋਜੀ 'ਚ ਲੱਭ ਰਹੇ ਹਾਂ। ਹੋਈ ਸੀ ਚਰਚਾ ਕਿ ਸਾਨੂੰ ਉਹਨਾਂ ਕਾਰਜਾਂ ਦੇ ਵਿੱਚ AI ਦੀ ਵਰਤੋਂ ਵੱਲ ਪਹਿਲ ਕਰਨੀ ਚਾਹੀਦੀ ਹੈ ਜਿਹੜੇ ਮਨੁੱਖੀ ਪਹੁੰਚ ਨਾ ਹੋਣ ਕਾਰਨ ਪਏ ਨੇ ਅਧੂਰੇ ਜਾਂ ਅਣਛੋਏ ਅਤੇ ਜਿਨ੍ਹਾਂ ਵਿੱਚ ਇਹ ਬਹੁਤ ਵੱਡਾ ਜੋਖਮ ਮਨੁੱਖੀ ਜਾਨਾਂ ਨੂੰ। ਸੁਣਿਆ ਸੀ ਕਿ ਭਾਰਤ ਨੂੰ ਧਿਆਨ ਕੇਂਦਰਿਤ ਕਰਨਾ ਪਵੇਗਾ ਕਿ ਜਿੱਥੇ AI ਨੂੰ ਵਰਤੀਏ ਉੱਥੇ ਕੰਮ ਦੇ ਘੰਟੇ ਘਟਾ ਕੇ ਆਪਣੀ ਕਿਰਤ ਸ਼ਕਤੀ ਤੇ ਯੁਵਾ ਸ਼ਕਤੀ ਦੇ ਲਈ ਜ਼ਿਆਦਾ ਰੁਜ਼ਗਾਰ ਪੈਦਾ ਕਰੀਏ। ਸੁਣਾਵਾਂਗੇ ਅੱਜ ਅਸੀਂ ਕਹਾਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਦੀ, ਵਿਕਾਸ ਦੀ, ਭਵਿੱਖ ਦੇ ਪ੍ਰਭਾਵਾਂ ਤੇ ਖਤਰਿਆਂ ਦੀ ਇਸ ਕੜੀ ਕੋਈ ਸੁਣ ਨਾ ਲਏ ਦੇ ਰਾਹੀਂ ਕਿਵੇਂ ਪੈਦਾ ਹੋ ਰਹੇ ਨੇ ਗੰਭੀਰ ਖਤਰੇ ਸਾਡੀ ਨਿੱਜਤਾ ਨੂੰ। ਲਓ ਸੁਣੋ ਸਾਡੇ ਇਹਨਾਂ ਕਲਾਕਾਰਾਂ ਦੀ ਜ਼ੁਬਾਨੀ ਅੱਜ ਦੀ ਕੜੀ ਕੋਈ ਸੁਣ ਨਾ ਲਏ। ਪਾਪਾ ਜੀ ਤੁਸੀਂ ਵੀ ਬਸ ਥੋੜੀ ਆਵਾਜ਼ ਤੇ ਘਟਾ ਦਿਆ ਕਰੋ। ਮੈਂ ਵੀ ਤਾਂ ਸਵੇਰੇ ਸਵੇਰੇ ਚਿੜੀਆਂ ਦੀ ਆਵਾਜ਼ ਸੁਣਨੀ ਹੈ। ਲੈ ਕੋਮਲ ਬੇਟਾ ਬੇਟਾ ਪੁਲਿਸ ਦੀ ਨੌਕਰੀ 'ਚ ਫੁਰਸਤ ਕਦੇ ਕਦਾਈ ਤਾਂ ਮਿਲ ਪਾਉਂਦੀ ਹੈ ਨਾ। ਸਵੇਰ ਦਾ ਸਮਾਂ ਹੈ, ਤਾਜ਼ੀ ਹਵਾ ਦਾ ਬੁੱਲਾ, ਪਿੰਡ 'ਚ ਬਿਤਾਏ ਬਚਪਨ ਦੀ ਯਾਦ ਆ ਗਈ। ਇਹਨਾਂ ਗੱਲਾਂ ਨੂੰ ਹੁਣ ਛੱਡੋ ਵੀ ਤੁਸੀਂ। ਜ਼ਿੰਦਗੀ ਗੁਜ਼ਾਰਨੀ ਸ਼ਹਿਰਾਂ 'ਚ ਤੇ ਯਾਦ ਕਰਨਾ ਪਿੰਡਾਂ ਨੂੰ। ਐ ਲੋ ਫਿਲਹਾਲ ਪਿੰਡਾਂ ਤੋਂ ਆਏ ਦੁੱਧ ਤੋਂ ਬਣੀ ਚਾਹ ਪੀਓ ਤੁਸੀਂ। ਲਿਆ ਬਿਲਕੁਲ ਸਹੀ ਕਿਹਾ ਮੰਮੀ ਤੁਸੀਂ। ਸੁਖਵਿੰਦਰ ਦਾ ਫੋਨ ਹੈ। ਨਮਸਤੇ ਸੁਖਵਿੰਦਰ ਜੀ। ਜੀ ਹਾਂ ਅਸੀਂ ਘਰ ਹੀ ਹਾਂ। ਅੱਛਾ ਰਸਤੇ ਵਿੱਚੋਂ? ਠੀਕ ਹੈ ਹਾਂ ਆਓ ਜੀ ਜ਼ਰੂਰ। ਇਹ ਸੁਖਵਿੰਦਰ ਕੌਣ ਹੈ ਕੋਮਲ? ਉਹੀ ਸੁਖਵਿੰਦਰ ਮੰਮੀ, ਮੈਂ ਤੁਹਾਨੂੰ ਕੱਲ੍ਹ ਦੱਸਿਆ ਤਾਂ ਸੀ ਸਾਡੇ ਘਰ ਵਿੱਚ ਲੱਗੇ ਇੰਟਰਨੈਟ ਵਾਲੀ ਕੰਪਨੀ ਵਿੱਚ ਹੀ ਕੰਮ ਕਰਦੇ ਨੇ। ਕੰਪਨੀ ਵੱਲੋਂ ਸਾਨੂੰ ਗਿਫਟ ਮਿਲਿਆ ਹੈ, ਉਹੀ ਪਹੁੰਚਾਉਣ ਲਈ ਆ ਰਹੇ ਨੇ। ਗਿਫਟ? ਗਿਫਟ? ਸਾਨੂੰ ਕਿਉਂ?
ਕਿਤੇ ਤੂੰ ਫਿਰ ਤੋਂ ਕੋਈ ਨਵੀਂ ਮਸ਼ੀਨ ਤਾਂ ਨਹੀਂ ਖਰੀਦ ਲਈ? ਮੰਮੀ ਖਰੀਦੀ ਨਹੀਂ ਹੈ, ਗਿਫਟ ਹੈ। ਆਪਾਂ ਉਹਨਾਂ ਦੇ ਇੰਨੇ ਪੁਰਾਣੇ ਗਾਹਕ ਜੋ ਹਾਂ। ਠੀਕ ਹੈ, ਨਾਲੇ ਸਾਨੂੰ ਅੰਬ ਖਾਣ ਦਾ ਮਤਲਬ ਹੈ, ਪੇੜ ਗਿਣ ਕੇ ਅਸੀਂ ਕੀ ਲੈਣਾ। ਵੈਸੇ ਕੋਮਲ ਬੇਟਾ, ਕੀ ਗਿਫਟ ਮਿਲ ਰਿਹਾ? ਪਾਪਾ ਜੀ, ਸੁਖਵਿੰਦਰ ਦੀ ਕੰਪਨੀ ਇੰਟਰਨੈਟ ਸਰਵਿਸ ਦੇ ਨਾਲ-ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਵਾਲੇ ਡਿਜੀਟਲ ਅਸਿਸਟੈਂਟ ਉਪਕਰਨ ਵੀ ਬਣਾਉਂਦੀ ਹੈ। ਉਹ ਸਾਡੇ ਗਿਫਟ ਵਿੱਚ ਇੱਕ ਅਜਿਹਾ ਹੀ ਉਪਕਰਨ ਦੇਣ ਵਾਲੇ ਨੇ। ਡਿਜੀਟਲ ਅਸਿਸਟੈਂਟ ਡਿਵਾਈਸ ਕੀ ਬੁਲਾਏ? ਪਰੇਸ਼ਾਨ ਨਾ ਹੋ ਮੰਮੀ, ਬਸ ਸਮਝ ਲਓ ਕਿ ਅੱਜ ਸਾਡੇ ਪਰਿਵਾਰ ਵਿੱਚ ਇੱਕ ਨਵਾਂ ਮਹਿਮਾਨ ਆਉਣ ਵਾਲਾ ਹੈ। ਬਈ ਮੈਨੂੰ ਤਾਂ ਅਜਿਹੀਆਂ ਚੀਜ਼ਾਂ ਗੈਰ ਜ਼ਰੂਰੀ ਲੱਗਦੀਆਂ ਨੇ। ਇਹਨਾਂ ਕੰਪਨੀਆਂ ਦਾ ਕੀ ਹੈ, ਉਹ ਤਾਂ ਆਪਣੇ ਫਾਇਦੇ ਲਈ ਸਾਨੂੰ ਕੁਝ ਵੀ ਦੇ ਦੇਣਗੀਆਂ। ਤੁਸੀਂ ਖੋਲ ਦਿੱਤੀ ਹੈ ਆਪਣੀ ਪਿਆਰੀ ਬੇਟੀ ਨੂੰ। ਪੂਰੇ ਘਰ ਨੂੰ ਲੈਬ ਬਣਾ ਕੇ ਰੱਖ ਦਿੱਤਾ ਹੈ। ਕੰਧ ਤੇ ਸੱਜਿਆ ਇਹ ਸਮਾਰਟ ਟੀਵੀ, ਹੁਕਮ ਦਾ ਗੁਲਾਮ ਇਹ ਅਨੋਖਾ ਫਰਿੱਜ, ਖੁਦ ਆਪਣੇ ਆਪ ਆਫ ਔਨ ਹੋਣ ਵਾਲੀਆਂ ਲਾਈਟਸ। ਮੈਂ ਤਾਂ ਤੰਗ ਆ ਗਈ ਹਾਂ ਇਹਨਾਂ ਅਜੀਬੋ-ਗਰੀਬ ਚੀਜ਼ਾਂ ਤੋਂ। ਕੋਈ ਸੋਚੇ ਭਲਾ, ਜਦੋਂ ਤੱਕ ਹੱਥ ਪੈਰ ਸਹੀ ਸਲਾਮਤ ਨੇ, ਕੋਈ ਕੰਮ ਖੁਦ ਵੀ ਕਰ ਲਿਆ ਕਰੋ। ਹੱਡ ਪੈਰ ਚੱਲਦੇ ਰਹਿਣ ਤੁਹਾਡੇ। ਨਾਰਾਜ਼ ਕਿਉਂ ਹੋ ਰਹੇ ਹੋ ਮੰਮੀ? ਕੀ ਪਤਾ ਅੱਜ ਮਿਲਣ ਵਾਲਾ ਗਿਫਟ ਤੁਹਾਨੂੰ ਵੀ ਪਸੰਦ ਆ ਜਾਏ। ਮੈਂ ਵੇਖਦੀ ਹਾਂ, ਲੱਗਦਾ ਹੈ ਸੁਖਵਿੰਦਰ ਜੀ ਆ ਗਏ ਨੇ। ਆਓ ਸੁਖਵਿੰਦਰ ਜੀ, ਅਸੀਂ ਤੁਹਾਡਾ ਹੀ ਇੰਤਜ਼ਾਰ ਕਰ ਰਹੇ ਸੀ। ਨਮਸਤੇ ਕੋਮਲ ਜੀ, ਮੈਨੂੰ ਪਹੁੰਚਣ ਵਿੱਚ ਦੇਰ ਤਾਂ ਨਹੀਂ ਹੋਈ ਨਾ? ਨਹੀਂ, ਬਿਲਕੁਲ ਨਹੀਂ, ਸਹੀ ਸਮੇਂ ਤੇ ਆਏ ਹੋ ਤੁਸੀਂ। ਬੈਠੋ। ਜੀ ਧੰਨਵਾਦ। ਹਾਂ, ਤੇ ਆ ਰਿਹਾ ਤੁਹਾਡਾ ਗਿਫਟ। ਅਰੇ ਵਾਹ, ਕਿੰਨਾ ਸੋਹਣਾ ਹੈ ਇਹ, ਛੋਟਾ ਜਿਹਾ ਗੇਂਦ ਦੀ ਤਰ੍ਹਾਂ। ਅੱਛਾ, ਆਇਆ ਗਿਫਟ। ਇਹ ਤਾਂ ਕੋਈ ਖੇਡ ਵਰਗਾ ਲੱਗ ਰਿਹਾ। ਕੋਮਲ, ਤੂੰ ਤਾਂ ਸਵੇਰ ਤੋਂ ਹੀ ਹੱਲਾ ਮਚਾਇਆ ਹੋਇਆ ਸੀ। ਖੋਦਿਆ ਪਹਾੜ ਤੇ ਨਿਕਲਿਆ ਚੂਹਾ। ਆਂਟੀ ਜੀ, ਇਹ ਚੂਹਾ ਨਹੀਂ ਬਲਕਿ ਸ਼ੇਰ ਹੈ, ਸ਼ੇਰ। ਅੱਛਾ, ਤਾਂ ਫਿਰ ਕੀ ਕਰ ਲੈਂਦਾ ਤੁਹਾਡਾ ਇਹ ਚੂਹਾ, ਆਈ ਮੀਨ ਇਹ ਸ਼ੇਰ ਹੈ? ਦੱਸਦਾ ਹਾਂ ਸਰ। ਆ ਉੱਪਰ ਵਾਲੇ ਪਾਸੇ ਤੁਸੀਂ ਛੋਟੀ ਜਿਹੀ ਅੱਖ ਵੇਖ ਰਹੇ ਹੋ? ਹਾਂ। ਇਸ ਵਿੱਚ LED ਲੱਗੀ ਹੋਈ ਹੈ ਜੋ ਇਸ ਦੇ ਔਨ ਹੋਣ ਤੇ ਜਲ ਪਵੇਗੀ। ਮੈਂ ਇਸ ਵਿੱਚ ਬੈਟਰੀ ਲਗਾ ਕੇ ਔਨ ਕਰ ਦਿੰਦਾ। ਬਸ ਹੁਣ ਸਭ ਤੋਂ ਪਹਿਲਾਂ ਤੁਹਾਨੂੰ ਇਸ ਨੂੰ ਕੋਈ ਨਾਮ ਦੇਣਾ ਹੋਵੇਗਾ ਤਾਂ ਕਿ ਇਹ ਆਪਣਾ ਨਾਮ ਸੁਣ ਕੇ ਤੁਹਾਡੀ ਮਦਦ ਕਰ ਸਕੇ। ਤੁਸੀਂ ਇਸ ਦਾ ਕੋਈ ਨਾਮ ਬੋਲੋ। ਮੁਫਤ ਵਿੱਚ ਮਿਲਿਆ ਤਾਂ ਅਸੀਂ ਇਸ ਦਾ ਨਾਮ ਰੱਖ ਲੈਂਦੇ ਹਾਂ ਫੋਕਟ। ਹਾਂ, ਇਹੀ ਵਧੀਆ ਰਹੇਗਾ। ਫੋਕਟ। ਠੀਕ ਹੈ, ਹੋ ਗਿਆ ਫੀਡ ਇਸ ਦਾ ਨਾਮ। ਇਹ ਨਾ ਸਿਰਫ ਤੁਹਾਡੇ ਸਭ ਦੀ ਆਵਾਜ਼ ਨੂੰ ਅਲੱਗ-ਅਲੱਗ ਪਹਿਚਾਣ ਸਕੇਗਾ ਬਲਕਿ ਤੁਹਾਡੀ ਮਦਦ ਵੀ ਕਰੇਗਾ। हेलो, गुड मॉर्निंग सर। जी सर, ठीक है सर। हाँ सर, बस तुरंत पहुँच रहे हैं सर। जी ओके सर। कोमल बई, मैनू हुण तुरंत ही ऑफिस जाना होएगा। मैं तैयार होकर निकलदा, तद तक तुसीं फोकट नूं चंगी तरह समझ लो, ठीक है? ਦੁਪਹਿਰ ਦੇ ਖਾਣੇ ਤੱਕ ਤਾਂ ਆ ਜਾਓਗੇ ਨਾ ਤੁਸੀਂ? हाँ, कोशिश करांगा तद तक पहुँच जावां। ओके बाय। ਸੁਖਵਿੰਦਰ ਜੀ, ਇਹ ਸਾਡੀ ਕੀ ਮਦਦ ਕਰੇਗਾ ਤੇ ਕਿਵੇਂ ਕਰੇਗਾ? ਇਹ ਤੁਹਾਡੇ ਕਹਿਣ 'ਤੇ TV ਚੈਨਲ ਬਦਲ ਦੇਵੇਗਾ, ਜ਼ਰੂਰਤ ਪੈਣ 'ਤੇ ਕਿਸੇ ਨੂੰ ਫੋਨ ਲਗਾ ਦੇਵੇਗਾ, ਤੁਹਾਡੇ ਇੱਕ ਹੁਕਮ 'ਤੇ ਤੁਹਾਡੇ ਪਸੰਦ ਦਾ ਗੀਤ ਵੀ ਚਲਾ ਦੇਵੇਗਾ। ਅੱਛਾ ਜੀ ਹਾਂ, ਇਸ ਦੇ ਨਾਲ ਹੀ ਤੁਸੀਂ ਇਸ ਤੋਂ ਦੁਨੀਆ ਦੀਆਂ ਗੱਲਾਂ ਵੀ ਪੁੱਛ ਸਕਦੇ ਹੋ। ਤੁਹਾਡੇ ਘਰ ਦੇ ਇੰਟਰਨੈਟ ਦੀ ਮਦਦ ਨਾਲ ਇਹ ਖੁਦ ਹੀ ਖੋਜ ਕੇ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਵੀ ਦੇਵੇਗਾ, ਜ਼ਰੂਰਤ ਪੈਣ 'ਤੇ ਤੁਹਾਨੂੰ ਸਹੀ ਸਲਾਹ ਵੀ ਦੇਵੇਗਾ। ਮੰਮੀ, ਮੈਂ ਹੁਣ ਇਹਨੂੰ ਚਲਾ ਕੇ ਤੁਹਾਨੂੰ ਚੰਗੀ ਤਰ੍ਹਾਂ ਸਮਝਾ ਦਿਆਂਗੀ। ਕੋਮਲ ਜੀ, ਇਹ ਇਸ ਡਿਵਾਈਸ ਦਾ ਮੈਨੂਅਲ ਹੈ। ਇਸ ਵਿੱਚ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਏਗੀ। ਕੋਈ ਦਿੱਕਤ ਹੋਵੇ ਤਾਂ ਤੁਸੀਂ ਫੋਨ ਕਰ ਸਕਦੇ ਹੋ। ਹੁਣ ਮੈਂ ਚੱਲਦਾ। ਨਮਸਤੇ। ਠੀਕ ਹੈ ਸੁਖਵਿੰਦਰ ਜੀ, ਥੈਂਕ ਯੂ। ਵਧੀਆ ਹੋ ਗਿਆ। ਹੁਣ ਦਿਨ ਵਿੱਚ ਵਿਹਲਾ ਸਮਾਂ ਮਿਲਣ 'ਤੇ ਮੈਂ ਬੋਰ ਨਹੀਂ ਹੋਵਾਂਗੀ। ਫੋਕਟ ਨਾਲ ਗੱਲਾਂ ਕਰ ਲਿਆ ਕਰਾਂਗੀ। ਮੰਮੀ, ਉਹ ਤਾਂ ਠੀਕ ਹੈ, ਪਰ ਜ਼ਰਾ ਧਿਆਨ ਨਾਲ। ਇਹ ਡਿਵਾਈਸ ਯਾਨੀ ਫੋਕਟ ਸਾਰੀਆਂ ਗੱਲਾਂ ਰਿਕਾਰਡ ਵੀ ਕਰ ਜਾਂਦਾ ਹੈ। ਅੱਛਾ। ਹਾਂ ਮੰਮੀ, ਇਸ ਡਿਵਾਈਸ ਦੀ ਮੈਮਰੀ ਵਿੱਚ ਸਾਡੇ ਬੋਲਣ ਦਾ ਅੰਦਾਜ਼, ਸਾਡੀ ਪਸੰਦ ਨਾਪਸੰਦ ਸਭ ਕੁਝ ਦਰਜ ਹੁੰਦਾ ਹੈ। ਬਸ ਇਹ ਸਮਝ ਲਓ ਕਿ ਅਗਰ ਫੋਕਟ ਸਵਿਚ ਔਨ ਹੈ ਤਾਂ ਇਹ ਸਭ ਕੁਝ ਦੇਖ ਵੀ ਸਕਦਾ ਹੈ ਤੇ ਸੁਣ ਵੀ ਰਿਹਾ ਹੈ। ਇਹ ਤਾਂ ਮੈਨੂੰ ਕੋਈ ਜਸੂਸ ਲੱਗਣ ਲੱਗਿਆ। ਫਿਲਹਾਲ ਤਾਂ ਇਸ ਨੂੰ ਆਫ ਹੀ ਕਰ ਦੇ। ਮੈਂ ਤਾਂ ਦੁਪਹਿਰ ਦੇ ਖਾਣੇ ਦੀ ਤਿਆਰੀ ਵੀ ਕਰਨੀ ਹੈ। ਠੀਕ ਹੈ ਮੰਮੀ। ਪਤਾ ਨਹੀਂ ਪਿਤਾ ਜੀ ਨੂੰ ਅਚਾਨਕ ਕਿਹੜੀ ਮੀਟਿੰਗ ਵਿੱਚ ਜਾਣਾ ਪੈ ਗਿਆ। ਐਤਵਾਰ ਦੇ ਦਿਨ ਵੀ ਉਹਨਾਂ ਨੂੰ ਫੁਰਸਤ ਨਹੀਂ ਮਿਲਦੀ।
ਵੇਖੋ, ਸਾਨੂੰ ਲਾਅ ਐਂਡ ਆਰਡਰ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤਣੀ ਚਾਹੀਦੀ। ਅਪਰਾਧੀਆਂ ਉੱਪਰ ਲਗਾਮ ਲਗਾਉਣ ਲਈ ਸਾਨੂੰ ਪੂਰੀ ਇਮਾਨਦਾਰੀ ਨਾਲ ਲੱਗੇ ਰਹਿਣਾ ਚਾਹੀਦਾ ਹੈ। ਕਿਸੇ ਦਾ ਕੋਈ ਸਵਾਲ? ਨੋ ਸਰ। ਠੀਕ ਹੈ, ਤਾਂ ਅੱਜ ਦੀ ਇਹ ਮੀਟਿੰਗ ਇੱਥੇ ਹੀ ਖਤਮ ਹੁੰਦੀ ਹੈ ਤੇ ਇੰਸਪੈਕਟਰ ਵਿਜੇ, ਤੁਸੀਂ ਅਜੇ ਰੁਕੋ, ਬਾਕੀ ਸਭ ਲੋਕ ਜਾ ਸਕਦੇ ਨੇ। ਓਕੇ ਸਰ। ਵੇਖੋ ਇੰਸਪੈਕਟਰ ਵਿਜੇ, ਸਰ। ਆਪਰੇਸ਼ਨ ਲੈਪਰਡ ਵਿੱਚ ਤੁਹਾਨੂੰ ਅਸੀਂ ਬਹੁਤ ਵੱਡੀ ਜ਼ਿੰਮੇਵਾਰੀ ਸੌਂਪੀ ਹੈ। ਸਰ। ਉਸ ਮਾਫੀਆ ਨੂੰ ਅਸੀਂ ਰੰਗੇ ਹੱਥ ਫੜਨਾ ਹੈ। ਬਸ ਧਿਆਨ ਰਹੇ ਕਿ ਇਸ ਆਪਰੇਸ਼ਨ ਦੀ ਕਿਸੇ ਨੂੰ ਖਬਰ ਨਾ ਮਿਲੇ। ਜੀ ਸਰ, ਤੁਸੀਂ ਬੇਫਿਕਰ ਰਹੋ ਸਰ, ਇਸ ਵਾਰ ਅਪਰਾਧੀ ਸਾਡੇ ਸ਼ਿਕੰਜੇ ਤੋਂ ਬਚ ਨਹੀਂ ਸਕਣਗੇ। ਠੀਕ ਹੈ, ਇਹ ਗੱਲ ਧਿਆਨ ਵਿੱਚ ਰੱਖਣਾ ਹੈ ਕਿ ਇਸ ਆਪਰੇਸ਼ਨ ਦੀ ਕਾਮਯਾਬੀ ਤੇ ਨਾਕਾਮੀ ਸਾਡੇ ਸਭ ਦੀ ਕਾਬਲੀਅਤ ਦਾ ਇਮਤਿਹਾਨ ਵੀ ਹੈ। ਸਰ। ਤੁਸੀਂ ਤਿਆਰੀ ਕਰੋ। ਆਲ ਦਾ ਬੈਸਟ। ਥੈਂਕ ਯੂ ਸਰ। ਆਰਡਰ ਆਰਡਰ। ਅਦਾਲਤ ਦੀ ਕਾਰਵਾਈ ਸ਼ੁਰੂ ਕੀਤੀ ਜਾਏ। ਇੰਸਪੈਕਟਰ ਵਿਜੇ, ਤੁਹਾਡਾ ਕਹਿਣਾ ਹੈ ਕਿ ਆਪਰੇਸ਼ਨ ਲੈਪਰਡ ਬਾਰੇ ਤੁਸੀਂ ਕਿਸੇ ਨੂੰ ਵੀ ਗੁਪਤ ਜਾਣਕਾਰੀ ਲੀਕ ਨਹੀਂ ਕੀਤੀ ਤੇ ਤੁਹਾਨੂੰ ਬੇਵਜ੍ਹਾ ਸਸਪੈਂਡ ਕੀਤਾ ਗਿਆ ਹੈ। ਜੀ ਬਿਲਕੁਲ। ਮੈਂ ਇਸ ਬਾਰੇ ਕਿਸੇ ਕੋਲ ਵੀ ਕੋਈ ਜ਼ਿਕਰ ਨਹੀਂ ਕੀਤਾ। ਆਪਣੀ ਟੀਮ ਦੇ ਇਲਾਵਾ ਇਸ ਆਪਰੇਸ਼ਨ ਦੇ ਬਾਰੇ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕੀਤੀ। ਯੋਰ ਆਨਰ, ਇੰਸਪੈਕਟਰ ਵਿਜੇ ਦੀਆਂ ਗੱਲਾਂ ਨੂੰ ਸਾਬਤ ਕਰਨ ਦੇ ਲਈ ਮੈਂ ਅਦਾਲਤ 'ਚ ਇੱਕ ਗਵਾਹ ਕੋਮਲ ਨੂੰ ਪੇਸ਼ ਕਰਨ ਦੀ ਇਜਾਜ਼ਤ ਚਾਹੁੰਦੀ ਹਾਂ। ਇਜਾਜ਼ਤ ਹੈ। ਕੋਮਲ, ਤੁਹਾਡੇ ਪਿਤਾ ਜੀ ਦੀ ਬੇਗੁਨਾਹੀ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ? ਜੀ, ਮੇਰੇ ਪਿਤਾ ਜੀ ਇੰਸਪੈਕਟਰ ਵਿਜੇ ਕੁਮਾਰ ਉੱਪਰ ਲਗਾਇਆ ਗਿਆ ਇਲਜ਼ਾਮ ਬਿਲਕੁਲ ਹੀ ਝੂਠਾ ਹੈ ਤੇ ਬੇਬੁਨਿਆਦ ਹੈ। ਦਰਅਸਲ ਜਿਸ ਦਿਨ ਪਿਤਾ ਜੀ ਨੂੰ ਆਪਰੇਸ਼ਨ ਲੈਪਰਡ ਦੇ ਤਹਿਤ ਮਾਫੀਆ ਨੂੰ ਫੜਨ ਦੀ ਜ਼ਿੰਮੇਵਾਰੀ ਮਿਲੀ ਸੀ, ਉਸ ਦਿਨ ਸਾਡੇ ਘਰ ਵਿੱਚ ਇੱਕ ਡਿਜੀਟਲ ਅਸਿਸਟੈਂਟ ਡਿਵਾਈਸ ਆਈ ਸੀ ਤੇ ਆਬਜੈਕਸ਼ਨ ਯੋਰ ਆਨਰ। ਗਵਾਹ ਕੇਸ ਨੂੰ ਦੂਸਰੀ ਦਿਸ਼ਾ 'ਚ ਮੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਗਵਾਹ ਨੂੰ ਆਪਣੀ ਗੱਲ ਪੂਰੀ ਕਰਨ ਦਿਓ। AI ਕੰਪਨੀ ਦੀ ਤਰਫੋਂ ਤੁਹਾਨੂੰ ਆਪਣੀ ਗੱਲ ਰੱਖਣ ਦਾ ਵੀ ਪੂਰਾ ਮੌਕਾ ਮਿਲੇਗਾ। ਆਪਣੀ ਗੱਲ ਪੂਰੀ ਕਰੋ ਕੋਮਲ। ਜੀ, ਸਾਨੂੰ ਡਿਜੀਟਲ ਅਸਿਸਟੈਂਟ ਡਿਵਾਈਸ ਦੇ ਡਾਟਾ ਤੋਂ ਇਹ ਪਤਾ ਲੱਗਿਆ ਕਿ ਉਹ ਘਰ ਅੰਦਰ ਹੋਣ ਵਾਲੀ ਗੱਲਬਾਤ ਨੂੰ ਉਦੋਂ ਵੀ ਰਿਕਾਰਡ ਕਰ ਰਿਹਾ ਸੀ ਜਦੋਂ ਉਹਨੂੰ ਕਮਾਂਡ ਨਹੀਂ ਦਿੱਤੇ ਜਾ ਰਹੇ ਸਨ। ਉਸ ਦਿਨ ਜਦੋਂ ਪਿਤਾ ਜੀ ਪੁਲਿਸ ਹੈੱਡਕੁਆਰਟਰ ਵਿੱਚ ਮੀਟਿੰਗ ਤੋਂ ਪਰਤੇ ਤਾਂ ਉਹਨਾਂ ਦੇ ਕਮਰੇ ਵਿੱਚ ਕੋਈ ਵੀ ਮੌਜੂਦ ਨਹੀਂ ਸੀ ਸਿਵਾਏ ਇਸ ਡਿਵਾਈਸ ਦੇ। ਆਬਜੈਕਸ਼ਨ ਯੋਰ ਆਨਰ। ਇਹ ਗਵਾਹ ਸਾਡੀ ਕੰਪਨੀ ਦੇ ਡਿਵਾਈਸ ਨੂੰ ਜ਼ਿੰਮੇਦਾਰ ਠਹਿਰਾ ਰਹੀ ਹੈ। ਕੋਮਲ, ਤੁਸੀਂ ਇਹ ਕਹਿ ਰਹੇ ਹੋ ਕਿ ਸਾਡੀ ਕੰਪਨੀ ਲੋਕਾਂ ਦੇ ਘਰਾਂ 'ਚ ਜਸੂਸੀ ਦਾ ਕੰਮ ਕਰਦੀ ਹੈ? ਆਰਡਰ ਆਰਡਰ। ਗਵਾਹ ਨੂੰ ਆਪਣੀ ਗੱਲ ਪੂਰੀ ਕਰਨ ਦਿਓ। ਤੁਸੀਂ ਗੱਲ ਪੂਰੀ ਕਰੋ ਕੋਮਲ। ਜੀ, ਪਿਤਾ ਜੀ ਮਾਫੀਆ ਦੀ ਗ੍ਰਿਫਤਾਰੀ ਵਾਲੇ ਆਪਰੇਸ਼ਨ ਦੇ ਬਾਰੇ ਆਪਣੀ ਟੀਮ ਨਾਲ ਫੋਨ ਉੱਪਰ ਗੱਲ ਕਰ ਰਹੇ ਸੀ ਤਾਂ ਸਾਰੀਆਂ ਗੱਲਾਂ ਇਸ ਡਿਵਾਈਸ ਵਿੱਚ ਰਿਕਾਰਡ ਹੁੰਦੀਆਂ ਗਈਆਂ। ਇਹ ਗੱਲ ਕੰਪਨੀ ਦੇ ਸਰਵਰ ਤੋਂ ਲੀਕ ਹੋਈ ਤੇ ਉਸ ਖਤਰਨਾਕ ਮਾਫੀਆ ਤੱਕ ਪਹੁੰਚ ਗਈ ਤੇ ਉਹ ਮਾਫੀਆ ਫਰਾਰ ਹੋ ਗਿਆ। ਇਸ ਦਾ ਇਲਜ਼ਾਮ ਮੇਰੇ ਬੇਗੁਨਾਹ ਪਿਤਾ ਇੰਸਪੈਕਟਰ ਵਿਜੇ ਉੱਪਰ ਲੱਗ ਗਿਆ। ਯੋਰ ਆਨਰ, ਮੈਂ AI ਕੰਪਨੀ ਦੇ ਵਕੀਲ ਤੋਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਉਹ ਆਪਣੇ ਗਾਹਕਾਂ ਦੀ ਨਿੱਜੀ ਗੱਲਬਾਤ ਨੂੰ ਰਿਕਾਰਡ ਨਹੀਂ ਕਰਦੇ? ਦਰਅਸਲ ਅਸੀਂ ਅਜਿਹੀ ਕੋਈ ਰਿਕਾਰਡਿੰਗ ਨਹੀਂ ਕਰਦੇ ਜਿਸ ਨਾਲ ਮੈਂ ਅਦਾਲਤ ਦੇ ਸਾਹਮਣੇ ਕੁਝ ਡਾਕੂਮੈਂਟਸ ਪੇਸ਼ ਕਰਨ ਦੀ ਇਜਾਜ਼ਤ ਚਾਹੁੰਦੀ ਹਾਂ। ਆਹ ਦੇਖੋ ਯੋਰ ਆਨਰ, ਕੰਪਨੀ ਨੇ ਖੁਦ ਕਬੂਲਿਆ ਹੈ ਕਿ ਇਹਨਾਂ ਦੀ ਰਿਸਰਚ ਟੀਮ ਕੰਜ਼ਿਊਮਰ ਨੂੰ ਬਿਹਤਰ ਅਨੁਭਵ ਦੇਣ ਦੇ ਨਾਮ ਤੇ ਲਗਾਤਾਰ ਲੋਕਾਂ ਦੀ ਰਿਕਾਰਡਿੰਗ ਸੁਣਦੀ ਹੈ। ਜੀ, ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਅਸੀਂ ਇਹ ਜਾਣ ਸਕੀਏ ਕਿ ਉਹਨਾਂ ਦੀ ਡਿਵਾਈਸ ਨੇ ਕਿਸ ਤਰ੍ਹਾਂ ਦੇ ਕਮਾਂਡ ਉੱਪਰ ਕਿਵੇਂ ਪ੍ਰਤੀਕਿਰਿਆ ਦਿੱਤੀ ਹੈ। ਸਾਡੀ ਕੰਪਨੀ ਦੀ ਪ੍ਰਾਈਵੇਸੀ ਪਾਲਿਸੀ ਡਾਕੂਮੈਂਟ ਵਿੱਚ ਸਾਫ਼-ਸਾਫ਼ ਲਿਖਿਆ ਹੁੰਦਾ ਹੈ ਕਿ ਖੋਜ ਦੇ ਮਕਸਦ ਨਾਲ ਉਹਨਾਂ ਦੇ ਆਡੀਓ, ਵੀਡੀਓ, ਫੋਟੋ, ਫੋਨ ਕਾਲ, ਡਾਟਾ ਸਟੋਰੇਜ ਵਗੈਰਾ ਦਾ ਡਾਟਾ ਕੰਪਨੀ ਇਸਤੇਮਾਲ ਕਰ ਸਕਦੀ ਹੈ। ਪਰ ਤੁਹਾਡੀ ਸਰਵਿਸ ਲੈਣ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਸਾਡੇ ਡਾਟਾ ਦਾ ਮਨਚਾਹਿਆ ਇਸਤੇਮਾਲ ਕਰੋ। ਵੈਸੇ ਵੀ ਇਸ ਮਾਮਲੇ 'ਚ ਇੰਸਪੈਕਟਰ ਵਿਜੇ ਦੀ ਗੱਲਬਾਤ ਦਾ ਡਾਟਾ ਤੁਹਾਡੀ ਕੰਪਨੀ ਦੇ ਸਰਵਰ ਤੋਂ ਲੀਕ ਹੋਇਆ ਹੈ। ਲਿਹਾਜ਼ਾ ਮੁਕੱਦਮਾ ਤਾਂ ਤੁਹਾਡੇ ਉੱਪਰ ਵੀ ਚਲਾਇਆ ਜਾਣਾ ਚਾਹੀਦਾ ਹੈ, ਨਾ ਕਿ ਇੰਸਪੈਕਟਰ ਵਿਜੇ ਦੇ ਉੱਪਰ। ਆਪਰੇਸ਼ਨ ਲੈਪਰਡ ਦੇ ਦੌਰਾਨ ਮਾਫੀਆ ਦੇ ਫਰਾਰ ਹੋਣ ਦੀ ਪੂਰੀ ਜ਼ਿੰਮੇਵਾਰੀ ਤੁਹਾਡੀ ਕੰਪਨੀ ਦੀ ਹੈ। ਪੁਲਿਸ ਆਪਰੇਸ਼ਨ ਵਾਲੇ ਦਿਨ ਹੀ ਸਾਡੇ ਸਰਵਰ ਉੱਪਰ ਹੈਕਰਸ ਦਾ ਹਮਲਾ ਹੋਇਆ ਸੀ
ਤੇ ਉਸ ਦਿਨ ਹੀ ਇਹ ਜਾਣਕਾਰੀ ਵੀ ਲੀਕ ਹੋਈ ਹੋਏਗੀ। ਤਾਂ ਫਿਰ ਇਹਦੇ ਗੁਨਾਹਗਾਰ ਇੰਸਪੈਕਟਰ ਵਿਜੇ ਕਿਵੇਂ ਹੋ ਗਏ? ਉਹਨਾਂ ਨੂੰ ਨੌਕਰੀ ਤੋਂ ਕਿਉਂ ਸਸਪੈਂਡ ਕੀਤਾ ਗਿਆ? ਵੈਸੇ ਵੀ ਜਿਸ ਪ੍ਰਾਈਵੇਸੀ ਪਾਲਿਸੀ ਡਾਕੂਮੈਂਟਸ ਦੀ ਗੱਲ ਤੁਸੀਂ ਕਰ ਰਹੇ ਹੋ ਨਾ, ਉਹ ਇੰਨੀ ਜਟਿਲ ਭਾਸ਼ਾ 'ਚ ਹੁੰਦੇ ਨੇ ਕਿ ਆਮ ਆਦਮੀ ਦੇ ਲਈ ਉਹਨਾਂ ਨੂੰ ਸਮਝਣਾ ਮੁਸ਼ਕਿਲ ਹੈ। ਤੇ ਜੇ ਸਮਝ ਵੀ ਲਵੇ ਤਾਂ ਇੱਕ ਕੰਜ਼ਿਊਮਰ ਦੇ ਤੌਰ ਤੇ ਉਹਦੇ ਉੱਪਰ ਸਹਿਮਤੀ ਦੇਣ ਤੋਂ ਇਲਾਵਾ ਉਹਦੇ ਕੋਲ ਕੋਈ ਹੋਰ ਆਪਸ਼ਨ ਵੀ ਤਾਂ ਨਹੀਂ ਬਚਦਾ। ਮਾਨਯੋਗ ਅਦਾਲਤ ਨੂੰ ਮੇਰੀ ਬੇਨਤੀ ਹੈ ਕਿ ਕਿਸੇ ਵੀ ਸੇਵਾ ਦੀ ਵਰਤੋਂ ਦੇ ਬਦਲੇ ਲੋਕਾਂ ਦੇ ਨਿੱਜੀ ਡਾਟਾ ਦਾ ਇਸਤੇਮਾਲ ਕਰਨ ਵਾਲਿਆਂ ਉੱਪਰ ਸਖਤ ਲਗਾਮ ਲਗਾਉਣੀ ਚਾਹੀਦੀ ਹੈ। ਆਰਡਰ ਆਰਡਰ। ਐਡਵੋਕੇਟ ਬਰਜਿੰਦਰ, ਸਭ ਤੋਂ ਪਹਿਲਾਂ ਤਾਂ ਇਹ ਸਾਫ਼ ਕਰੋ ਕਿ ਡਾਟਾ ਵਿੱਚ ਕੀ ਸ਼ਾਮਿਲ ਹੈ। ਯੂ ਆਨਰ, ਸਰਲ ਤਰੀਕੇ ਨਾਲ ਕਹੀਏ ਤੇ ਆਮ ਤੌਰ ਤੇ ਫੋਨ ਜਾਂ ਇੰਟਰਨੈਟ ਦੇ ਜ਼ਰੀਏ ਮੀਡੀਆ ਪੋਸਟ, ਕੋਈ ਮੈਸੇਜ, ਆਨਲਾਈਨ ਖਰੀਦਾਰੀ ਜਾਂ ਆਨਲਾਈਨ ਪੇਮੈਂਟ ਦਾ ਤਰੀਕਾ, ਸਰਚ ਹਿਸਟਰੀ 'ਚ ਇਹ ਸਭ ਕੁਝ ਹੀ ਡਾਟਾ। ਇਸ ਵਿੱਚ ਕੋਈ ਡਾਕੂਮੈਂਟ ਵੀ ਹੋ ਸਕਦਾ ਹੈ, ਕੋਈ ਪਿਕਚਰ ਵੀ ਹੋ ਸਕਦੀ ਹੈ, ਆਡੀਓ ਵੀਡੀਓ ਕਲਿੱਪ ਵੀ ਹੋ ਸਕਦੀ ਹੈ, ਕਨਵਰਸੇਸ਼ਨ ਤੇ ਸੌਫਟਵੇਅਰ ਪ੍ਰੋਗਰਾਮ ਵੀ। ਠੀਕ ਹੈ, ਤੁਸੀਂ ਇਸ ਕੇਸ ਬਾਰੇ ਕੁਝ ਹੋਰ ਕਹਿਣਾ ਹੈ? ਯੂਰ ਆਨਰ, ਇੰਸਪੈਕਟਰ ਵਿਜੇ ਦੀ ਵਕੀਲ ਹੋਣ ਦੇ ਨਾਤੇ ਮੈਂ ਇਸ ਅਦਾਲਤ ਦੇ ਸਾਹਮਣੇ ਇਹ ਗੱਲ ਰੱਖਣਾ ਚਾਹੁੰਦੀ ਹਾਂ ਕਿ ਕਿਸੇ ਵੀ ਵਿਅਕਤੀ ਬਾਰੇ ਇਕੱਠੀ ਕੀਤੀ ਗਈ ਜਾਣਕਾਰੀ ਜਿਹਦੇ ਨਾਲ ਉਹਦੀ ਇੱਕ ਵਰਚੁਅਲ ਪਹਿਚਾਣ ਤਿਆਰ ਹੋ ਜਾਂਦੀ ਹੈ, ਇੱਕ ਅਜਿਹਾ ਵਿਅਕਤੀਤਵ ਜੋ ਵਾਸਤਵਿਕ ਹੋਵੇ ਭਾਵੇਂ ਨਾ, ਪਰ ਇੰਟਰਨੈਟ ਦੀ ਆਭਾਸੀ ਦੁਨੀਆ ਦੇ ਵਿੱਚ ਉਹ ਹਕੀਕਤ ਲੱਗਣ ਲੱਗ ਜਾਂਦਾ ਹੈ। ਤੇ ਇਸ ਵਰਚੁਅਲ ਵਿਅਕਤੀਤਵ ਦਾ ਇਸਤੇਮਾਲ ਉਸ ਵਿਅਕਤੀ ਨੂੰ ਨੁਕਸਾਨ ਪਹੁੰਚਾਉਣ ਲਈ ਕੀਤਾ ਜਾ ਸਕਦਾ ਹੈ। ਵੈਸੇ ਵੀ ਭਾਰਤ ਵਰਗੇ ਵਿਸ਼ਾਲ ਦੇਸ਼ 'ਚ ਡਾਟਾ ਇੱਕ ਬਹੁਤ ਵੱਡਾ ਹਥਿਆਰ ਹੈ, ਪਰ ਉਸ ਡਾਟਾ ਦਾ ਇਸਤੇਮਾਲ ਕਰਨ ਦੀ ਇਜਾਜ਼ਤ ਕਿਹਨੂੰ ਹੈ? ਤੇ ਕੋਈ ਉਹਦਾ ਬੇਵਜ੍ਹਾ ਤੇ ਗਲਤ ਇਸਤੇਮਾਲ ਤੇ ਨਹੀਂ ਕਰ ਰਿਹਾ? ਯੂਰ ਆਨਰ, AI ਵਿੱਚ ਤਾਂ ਡਾਟਾ ਦੀ ਬਦੌਲਤ ਹੀ ਕੋਈ ਮਸ਼ੀਨ ਜ਼ਿਆਦਾ ਬਿਹਤਰ ਸਿੱਖ ਸਕਦੀ ਹੈ। ਜਿੰਨਾ ਜ਼ਿਆਦਾ ਡਾਟਾ ਹੋਏਗਾ ਉਨੇ ਹੀ ਜ਼ਿਆਦਾ ਲਰਨਿੰਗ ਸਟੈਪਸ ਹੋਣਗੇ ਤੇ ਮਸ਼ੀਨ ਵੀ ਜ਼ਿਆਦਾ ਵਧੀਆ ਤਰੀਕੇ ਨਾਲ ਕੰਮ ਕਰ ਸਕੇਗੀ। ਯੂਰ ਆਨਰ, ਇੰਟਰਨੈਟ ਦਾ ਇਸਤੇਮਾਲ ਕਰਨ ਵੇਲੇ ਸਾਨੂੰ ਅਕਸਰ ਉਹਨਾਂ ਚੀਜ਼ਾਂ ਦੇ ਇਸ਼ਤਿਹਾਰ ਨਜ਼ਰ ਆਉਣ ਲੱਗ ਜਾਂਦੇ ਨੇ ਜਿਨ੍ਹਾਂ ਨੂੰ ਖਰੀਦਣ ਦਾ ਅਸੀਂ ਇਰਾਦਾ ਬਣਾਇਆ ਹੁੰਦਾ ਹੈ, ਜਾਂ ਫਿਰ ਸਾਡੇ ਦੋਸਤ ਜਾਂ ਪਹਿਚਾਣ ਦੇ ਮੈਂਬਰ ਉਹਦਾ ਇਸਤੇਮਾਲ ਕਰ ਰਹੇ ਹੁੰਦੇ ਨੇ। ਇੱਕ ਤਰ੍ਹਾਂ ਦੇ ਨਾਲ ਇਹ ਕੰਪਨੀਆਂ AI ਦੀ ਤਾਕਤ ਦਾ ਇਸਤੇਮਾਲ ਸਾਡੀ ਨਿੱਜੀ ਸੋਚ, ਸਾਡੀ ਪਸੰਦ ਨਾਪਸੰਦ ਤੇ ਸਾਡੀਆਂ ਇੱਛਾਵਾਂ ਜਾਣਨ ਲਈ ਕਰ ਰਹੀਆਂ ਨੇ। ਨਿੱਜੀ ਜਾਣਕਾਰੀਆਂ ਦਾ ਭੰਡਾਰ ਇਹਨਾਂ ਕੰਪਨੀਆਂ ਦੇ ਲਈ ਮੁਨਾਫਾ ਕਮਾਉਣ ਦਾ ਇੱਕ ਵੱਡਾ ਸਾਧਨ ਬਣ ਗਿਆ ਹੈ। ਤਾਂ ਫਿਰ ਇਸ ਵਿੱਚ ਦਿੱਕਤ ਕੀ ਹੈ? ਅਗਰ ਕੋਈ ਕੰਪਨੀ ਆਪਣੇ ਗਾਹਕਾਂ ਨੂੰ ਜ਼ਿਆਦਾ ਬਿਹਤਰ ਅਨੁਭਵ ਦੇਣ ਲਈ ਉਹਨਾਂ ਦਾ ਡਾਟਾ ਉਹਨਾਂ ਦੀ ਸਹਿਮਤੀ ਨਾਲ ਰਿਕਾਰਡ ਕਰਦੀ ਹੈ ਤਾਂ ਇਸ ਵਿੱਚ ਗਲਤ ਕੀ ਹੈ? ਅਗਰ ਸਾਨੂੰ ਆਪਣੀ ਪਸੰਦ ਦੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਣ ਤਾਂ ਇਸ ਵਿੱਚ ਬੁਰਾਈ ਕੀ ਹੈ? ਯੂਰ ਆਨਰ, ਚੀਜ਼ਾਂ ਦੀ ਖਰੀਦਦਾਰੀ ਤੱਕ ਇਹ ਮਾਮਲਾ ਉਨਾ ਖਤਰਨਾਕ ਨਹੀਂ ਲੱਗਦਾ, ਪਰ ਜਦ ਕੰਪਨੀਆਂ ਤੁਹਾਡੀਆਂ ਰੁਚੀਆਂ ਤੇ ਫੈਸਲਿਆਂ ਨੂੰ ਕੁਝ ਇਸ ਤਰ੍ਹਾਂ ਬਦਲਣ ਲੱਗ ਜਾਣ ਕਿ ਕਿਸੇ ਦੇਸ਼ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ, ਸਰਕਾਰ ਦੇ ਕਿਸੇ ਫੈਸਲੇ ਦੇ ਖਿਲਾਫ ਜਾਂ ਉਹਦੇ ਸਮਰਥਨ ਦੇ ਵਿੱਚ ਲੋਕ ਰਾਏ ਇਕੱਠਾ ਕਰਨ ਦੀ ਸਥਿਤੀ ਬਣਾਉਣ ਲੱਗਣ, ਤਾਂ ਫਿਰ ਚੀਜ਼ਾਂ ਸਰਲ ਨਹੀਂ ਰਹਿੰਦੀਆਂ। ਲੋਕਾਂ ਨੂੰ ਇਹ ਚੁਣਨ ਦਾ ਅਧਿਕਾਰ ਹੋਣਾ ਚਾਹੀਦਾ ਹੈ ਕਿ ਅਸੀਂ ਸਰਵਿਸ ਮੁਹੱਈਆ ਕਰਾਉਣ ਵਾਲੀ ਕੰਪਨੀਆਂ ਦੇ ਨਾਲ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਸ਼ੇਅਰ ਕਰਨਾ ਚਾਹੁੰਦੇ ਹਾਂ ਤੇ ਕਿਹੜੀਆਂ ਨੂੰ ਨਹੀਂ। ਪਰ ਜਦੋਂ ਕਿਸੇ ਕੰਪਨੀ ਦਾ ਕਿਸੇ ਪ੍ਰੋਡਕਟ ਦੇ ਉੱਪਰ ਏਕਾਧਿਕਾਰ ਹੋ ਚੁੱਕਿਆ ਹੋਵੇ ਤਾਂ ਅਜਿਹੇ ਮਾਮਲਿਆਂ 'ਚ ਇਹ ਗੱਲ ਬੇਮਾਨੀ ਹੋ ਜਾਂਦੀ ਹੈ। ਹਾਂ, ਯੂਰ ਆਨਰ, ਕਈ ਮਸ਼ਹੂਰ ਸੋਸ਼ਲ ਵੈਬਸਾਈਟ ਤੇ ਚੈਟਿੰਗ ਐਪਸ ਦੇ ਮਾਮਲੇ 'ਚ ਵੀ ਇਹੀ ਹੋਇਆ। ਤੁਸੀਂ ਅਗਰ ਸੁਵਿਧਾ ਲੈਣਾ ਚਾਹੁੰਦੇ ਹੋ ਤੇ ਉਹਨਾਂ ਨੂੰ ਤੁਸੀਂ ਇਹ ਸਭ ਸਹਿਮਤੀ ਦਿੰਦੇ ਹੋ ਕਿ ਤੁਹਾਡੇ ਫੋਨ ਕੰਟੈਕਟ, ਗੱਲਬਾਤ, ਮੈਮਰੀ ਕਾਰਡ, ਫੋਟੋ, ਵੀਡੀਓ, ਇੰਟਰਨੈਟ ਸੰਬੰਧੀ ਵਿਵਹਾਰ ਸਭ ਦੇ ਉੱਪਰ ਨਿਗਰਾਨੀ ਰੱਖ ਸਕਣ। ਹਾਂ, ਹੈ ਤਾਂ ਇਹ ਚਿੰਤਾ ਦੀ ਗੱਲ। ਯੂਰ ਆਨਰ, ਸੂਚਨਾ ਟੈਕਨੋਲੋਜੀ ਅਧਿਨਿਯਮ 2000 ਦੇ ਤਹਿਤ ਨਿੱਜੀ ਡਾਟਾ ਨੂੰ ਗਲਤ ਤਰੀਕੇ ਨਾਲ ਉਜਾਗਰ ਕਰਨ ਤੇ ਉਹਦਾ ਦੁਰਉਪਯੋਗ ਕਰਨ ਦੇ ਮਾਮਲੇ 'ਚ ਮੁਆਵਜ਼ੇ ਦਾ ਭੁਗਤਾਨ ਤੇ ਸਜ਼ਾ ਦਾ ਪ੍ਰਬੰਧ ਵੀ ਹੈ। ਮੈਂ ਵੀ ਇਸ ਬਾਰੇ ਕੁਝ ਕਹਿਣ ਦੀ ਇਜਾਜ਼ਤ ਚਾਹੁੰਦੀ ਹਾਂ। ਹਾਂ, ਦੱਸੋ ਤੁਹਾਡਾ ਕੀ ਕਹਿਣਾ ਹੈ? ਡਿਜੀਟਲ ਕਾਰੋਬਾਰ ਵਿੱਚ ਵਿਅਕਤੀਗਤ ਡਾਟਾ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜੁਲਾਈ 2017 ਵਿੱਚ ਜਸਟਿਸ BN ਸ਼੍ਰੀ ਕ੍ਰਿਸ਼ਨ ਦੀ ਪ੍ਰਧਾਨਗੀ ਵਿੱਚ ਇੱਕ 10 ਮੈਂਬਰੀ ਕਮੇਟੀ ਬਣਾਈ ਗਈ ਸੀ। ਵਰਤਮਾਨ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਵਿੱਚ ਕੇਂਦਰੀ ਮੰਤਰੀ ਮੰਡਲ ਵੱਲੋਂ ਵਿਅਕਤੀਗਤ ਡਾਟਾ ਸੁਰੱਖਿਅਣ ਬਿੱਲ 2019 ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਹਾਂ, ਹੁਣ ਇਹ ਉਮੀਦ ਕੀਤੀ ਜਾ ਸਕਦੀ ਹੈ ਕਿ ਭਾਰਤ ਵਿੱਚ ਲੋਕਾਂ ਦੇ ਨਿੱਜੀ ਡਾਟਾ ਦੀ ਸੁਰੱਖਿਆ ਬਿਹਤਰ ਤਰੀਕੇ ਨਾਲ ਹੋ ਸਕੇਗੀ। ਪਰ ਅਦਾਲਤ ਦੀ ਸਮਝ ਅਨੁਸਾਰ ਤਾਂ ਨੈਤਿਕ ਤੇ ਤਕਨੀਕੀ ਤੌਰ ਤੇ ਪੁਖਤਾ ਸਿਸਟਮ ਬਣਾ ਕੇ ਹੀ ਇਸ ਮਾਮਲੇ ਦਾ ਸਹੀ ਹੱਲ ਕੀਤਾ ਜਾ ਸਕਦਾ ਹੈ। ਯੂਰ ਆਨਰ, ਅੱਜ ਲੋੜ ਹੈ ਕੰਪਨੀਆਂ ਨੂੰ ਨਿੱਜੀ ਡਾਟਾ ਵਰਤਣ ਉੱਪਰ ਸਰਕਾਰ ਟੈਕਸ ਲਵੇ ਤੇ ਜਿਸ ਵਿਅਕਤੀ ਦਾ ਡਾਟਾ ਵਰਤਿਆ ਜਾ ਰਿਹਾ ਹੈ ਉਸ ਨੂੰ ਵਾਜਬ ਮੁਆਵਜ਼ਾ ਵੀ ਦੇਵੇ। ਪਰ ਇਹਨਾਂ ਸਭ ਗੱਲਾਂ ਦਾ ਇੰਸਪੈਕਟਰ ਵਿਜੇ ਦੇ ਕੇਸ ਨਾਲ ਕੀ ਸੰਬੰਧ ਹੈ? ਸੰਬੰਧ ਹੈ ਯੂਰ ਆਨਰ, ਬਹੁਤ ਗਹਿਰਾ ਸੰਬੰਧ ਹੈ। ਇਸੇ ਕਾਨੂੰਨ ਦੇ ਨਾ ਹੋਣ ਕਰਕੇ ਭਾਣਾ ਵਰਤਿਆ
ਕਿ ਮਾਣਯੋਗ ਅਦਾਲਤ ਦੇ ਸਾਹਮਣੇ ਮਾਮਲਾ ਹੈ। ਤੇਜ਼ੀ ਦੇ ਨਾਲ ਬਦਲਦੀ ਤਕਨੀਕ ਦੇ ਵਿੱਚ ਕਾਨੂੰਨ ਵਿਵਹਾਰਿਕ ਨਹੀਂ ਹੁੰਦੇ, ਜਿਹਦੇ ਕਰਕੇ ਕੰਪਨੀਆਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਬਚ ਨਿਕਲਦੀਆਂ। ਜਵਾਬਦੇਹੀ ਤੈਅ ਕਰਨਾ ਇੱਕ ਬਹੁਤ ਵੱਡੀ ਚੁਣੌਤੀ ਵੀ ਹੈ ਤੇ ਜ਼ਰੂਰਤ ਵੀ। ਐਡਵੋਕੇਟ ਮੋਹਿਤ, ਤੁਸੀਂ ਆਪਣੀ ਕੰਪਨੀ ਵੱਲੋਂ ਕੁਝ ਹੋਰ ਕਹਿਣਾ ਚਾਹੁੰਦੇ ਹੋ? ਯੂਰ ਆਨਰ, ਸਾਡੀ ਕੰਪਨੀ ਦੀ ਸਭ ਤੋਂ ਵੱਡੀ ਪਹਿਲ ਆਪਣੇ ਗਾਹਕਾਂ ਦੀ ਪ੍ਰਾਈਵੇਸੀ ਦੀ ਸੁਰੱਖਿਆ ਕਰਨਾ ਹੈ ਤੇ ਅਸੀਂ ਇਸ ਦੀ ਪੂਰੀ ਕੋਸ਼ਿਸ਼ ਵੀ ਕਰਦੇ ਹਾਂ। ਆਰਡਰ। ਤਮਾਮ ਗਵਾਹਾਂ ਦੇ ਬਿਆਨਾਂ ਤੇ ਸਬੂਤਾਂ ਦੇ ਆਧਾਰ ਤੇ ਅਦਾਲਤ ਇਸ ਫੈਸਲੇ ਤੇ ਪਹੁੰਚਦੀ ਹੈ ਕਿ ਪੁਲਿਸ ਇੰਸਪੈਕਟਰ ਵਿਜੇ ਪੂਰੀ ਤਰ੍ਹਾਂ ਬੇਗੁਨਾਹ ਹਨ ਤੇ ਉਹਨਾਂ ਨੇ ਪੁਲਿਸ ਦੀ ਕਾਰਵਾਈ ਨਾਲ ਜੁੜੀ ਹੋਈ ਕੋਈ ਵੀ ਜਾਣਕਾਰੀ ਲੀਕ ਨਹੀਂ ਕੀਤੀ। ਆਰਡਰ। ਇਸ ਮਾਮਲੇ ਵਿੱਚ ਕੰਪਨੀ ਨੇ ਇੰਸਪੈਕਟਰ ਵਿਜੇ ਦੀ ਆਡੀਓ ਰਿਕਾਰਡਿੰਗ ਨੂੰ ਧੋਖੇ ਨਾਲ ਆਪਣੇ ਸਰਵਰ ਵਿੱਚ ਭੇਜਿਆ ਤੇ ਉੱਥੋਂ ਹੀ ਇਹ ਜਾਣਕਾਰੀ ਲੀਕ ਹੋਈ। ਇਸ ਦਾ ਫਾਇਦਾ ਉਠਾ ਕੇ ਹੁਸ਼ਿਆਰ ਮਾਫੀਆ ਪੁਲਿਸ ਦੇ ਸ਼ਿਕੰਜੇ ਵਿੱਚ ਆਉਣ ਤੋਂ ਬਚ ਨਿਕਲਿਆ। ਲਿਹਾਜ਼ਾ ਅਦਾਲਤ ਕੰਪਨੀ ਨੂੰ ਆਦੇਸ਼ ਦਿੰਦੀ ਹੈ ਕਿ ਉਹ ਇੰਸਪੈਕਟਰ ਵਿਜੇ ਨੂੰ ਮੁਆਵਜ਼ੇ ਦੇ ਤੌਰ ਤੇ 10 ਲੱਖ ਰੁਪਏ ਅਦਾ ਕਰੇਗੀ। ਕੋਰਟ ਇੰਸਪੈਕਟਰ ਵਿਜੇ ਨੂੰ ਬਾਇੱਜ਼ਤ ਨੌਕਰੀ ਵਿੱਚ ਬਹਾਲੀ ਦਾ ਵੀ ਆਦੇਸ਼ ਦਿੰਦੀ ਹੈ। ਵਧਾਈ ਹੋਈ ਪਾਪਾ ਜੀ, ਆਖਿਰਕਾਰ ਅਦਾਲਤ ਤੋਂ ਤੁਹਾਨੂੰ ਇਨਸਾਫ ਮਿਲ ਹੀ ਗਿਆ। ਇੱਕ ਇਮਾਨਦਾਰ ਅਫਸਰ ਵਜੋਂ ਤੁਹਾਡੀ ਸ਼ਾਨ ਬਰਕਰਾਰ ਰਹੀ ਹੈ। ਥੈਂਕ ਯੂ ਕੋਮਲ। ਇਹ ਸਭ ਤੇਰੀ ਤੇ ਐਡਵੋਕੇਟ ਬਰਜਿੰਦਰ ਦੀ ਮਿਹਨਤ ਦਾ ਨਤੀਜਾ ਹੈ। ਇਹ ਸੱਚ ਦੀ ਵੀ ਜਿੱਤ ਹੈ, ਜਿਹੜੀ ਅੱਜ ਕੱਲ੍ਹ ਦੇ ਝੂਠ ਤੂਫਾਨ ਦੇ ਸਮਿਆਂ 'ਚ ਹਮੇਸ਼ਾ ਨਹੀਂ ਹੁੰਦੀ। ਸਰ, ਤੁਹਾਡਾ ਇਹ ਕੇਸ ਭਵਿੱਖ ਦੇ ਲਈ ਵੀ ਇੱਕ ਉਦਾਹਰਣ ਰਹੇਗਾ। ਸ਼ਾਇਦ ਹੁਣ ਇੰਟਰਨੈਟ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਕਾਰੋਬਾਰ ਦੇ ਨਾਲ ਜੁੜੀਆਂ ਕੰਪਨੀਆਂ ਵੀ ਆਮ ਆਦਮੀ ਦੇ ਨਿੱਜੀ ਡਾਟਾ ਨੂੰ ਇੰਨੀ ਬੇਫਿਕਰੀ ਦੇ ਨਾਲ ਇਸਤੇਮਾਲ ਨਹੀਂ ਕਰ ਸਕਣਗੀਆਂ। ਚਲੋ ਪਿਤਾ ਜੀ, ਕਾਰ ਵਿੱਚ ਬੈਠੋ। ਘਰ ਮੰਮੀ ਤੁਹਾਡਾ ਇੰਤਜ਼ਾਰ ਕਰ ਰਹੀ ਹੋਏਗੀ। ਦੀਦੀ, ਤੁਹਾਡਾ ਲੰਚ ਅੱਜ ਸਾਡੇ ਘਰ ਹੈ, ਯਾਦ ਹੈ ਨਾ ਤੁਹਾਨੂੰ? ਹਾਂ, ਯਾਦ ਹੈ। ਤੁਸੀਂ ਸੁਣ ਰਹੇ ਸੀ ਵਿਗਿਆਨ ਲੜੀਵਾਰ ਆਉਣ ਵਾਲਾ ਕਾਲ ਦੀ 38ਵੀਂ ਕੜੀ। ਤੇ ਹੁਣ ਨੋਟ ਕਰੋ ਸਾਡੀ ਅੱਜ ਦੀ ਕੜੀ ਵਿੱਚ ਪੁੱਛੇ ਜਾਣ ਵਾਲੇ ਸਵਾਲ। ਪਹਿਲਾ ਸਵਾਲ, ਧੀਰੇ ਧੀਰੇ ਬੋਲ ਕੋਈ ਸੁਣ ਨਾ ਲੇ, ਕੀ AI ਮਸ਼ੀਨਾਂ ਦੇ ਯੁੱਗ ਦੇ ਵਿੱਚ ਸਾਰਥਕ ਹੈ? ਸਵਾਲ 2, ਸੂਚਨਾ ਲੀਕ ਹੋਣ ਦੇ ਵਿੱਚ AI ਕੰਪਨੀ ਦੀ ਕੀ ਜ਼ਿੰਮੇਵਾਰੀ ਹੋਵੇ? ਸਵਾਲਾਂ ਦੇ ਜਵਾਬ ਦੇਣ ਲਈ ਪਤਾ ਨੋਟ ਕਰ ਲਓ। ਇੰਚਾਰਜ ਪ੍ਰੋਗਰਾਮ ਆਉਣ ਵਾਲਾ ਕੱਲ, ਮਾਰਫਤ ਸਟੇਸ਼ਨ ਡਾਇਰੈਕਟਰ ਆਕਾਸ਼ਵਾਣੀ ਜਲੰਧਰ। ਭਾਗ ਲੈਣ ਵਾਲੇ ਕਲਾਕਾਰ ਗੁਰਵਿੰਦਰ ਸਿੰਘ, ਅਮਿਤ ਸ਼ਰਮਾ, ਸੁਦੇਸ਼ ਵਿੰਕਲ, ਡਾਕਟਰ ਜਗਜੀਤ ਕੌਰ, ਪ੍ਰੇਮ ਕਾਕੜੀਆ, ਰੀਮਾ ਤੇ ਕਵਿਤਾ। ਵਿਸ਼ੇਸ਼ ਸਹਿਯੋਗ ਸਰਬਜੀਤ ਬ੍ਰਿਸ਼ੀ। ਪੇਸ਼ਕਸ਼ ਗੁਰਵਿੰਦਰ ਸਿੰਘ ਤੇ ਅਮਨਦੇਵ ਜੋਸ਼ੀ।